सत श्री अकाल। अज असी पंजाबी व्याकरण विच किरिया बारे विचार चर्चा करांगे। इस तो पहला असी नाम, पड़नाम, विशेषण, बिस्मिक, काल अते वाक संबंधी वीडियो बना चुके हैं। जेकर वो तुसी वीडियो नहीं देखियां तो तुसी यूट्यूब चैनल ते जाके वो वीडियो पहला देख सकते हो। किरिया जिस वाकांश द्वारा किसी कार्य के होण अते कीते जाण दा बोध होवे उसनूं किरिया आखदे हन। किरिया जिहड़ी है साडे कोले इह सार्थक शब्दां दे 8 भेदां विचों एक है। साडी स्क्रीन ते इहदी परिभाषा किरिया तो किसी कारजी स्थिति की सूचना मिलती है। असीं इवें भी कह सकते हाँ कि वो शब्द जिस तो किसी काम का होना जां करना प्रगट होवे किरिया अखवाउंदा है। जिवें उदाहरण खा, पी, लिख, खेडदी, पढ़दी आदि जिहड़ियां साडे कोल उदाहरणां ने, इन्हां तो सानूं किसी कारज का किसी काम का होना जिहड़ा ओह प्रगट हुंदा। ते हरेक वाक दे विच कोई ना कोई किरिया लाजमी होवेगी। वाक दे विच किरिया तो बिना वाक आ जिहड़ा ओह साडे कोले सार्थक नहीं हुंदा। पिछले जिहड़े असीं वीडियो दे विच वाक बारे चर्चा करी सी, वाक बनतर बारे, उस दे विच असीं वाक दे 2 भेद देखे सीगे, उदेश अते विधेय। उदेश विच मुख तौर ते साडे कोले करता आउंदा अते विधेय विच साडे कोले किरिया जां किरिया वाकांश विचरदे ने। असीं रोजाना के कामां दे विच सौंने आ, खेडदे आ, पढ़दे आ, लिखदे आ, ये साडे कोले सारियां किरियावां ने। पंजाबी भाषा की जिहड़ी वाक बनतर आ उहदे विच किरिया आम तौर ते अंत विच विचरदी है, पर जिहड़ी बोलचाल विच आ जिहड़ी किरिया दा स्थान तब्दील भी हो जाता। एक तुहानूं जिहड़ा पंजाबी दे विच फार्मूला SOV सबजैक्ट ऑबजैक्ट वर्ब अनुसार आ जिहड़े वाक बनते ने। सबजैक्ट करता, ऑबजैक्ट कर्म ते वर्ब। जिमें राम साडे कोले सबजैक्ट आ, राम फुटबाल खेडदा है, फुटबाल साडे कोले ऑबजैक्ट आ ते खेडदा है साडे कोले किरिया। इह ध्यान रखना जिहड़े अंग्रेजी आ जां इंग्लिश भाषा उह च जिहड़े वाक बनतर आ ਉਹ SVO नाल बनदी आ। सबजैक्ट उस तो बाद वर्ब ते ऑबजैक्ट आ जिहड़ा ਉਹ अखीर दे विच आउंदा। राम प्लेइंग फुटबाल, सबजैक्ट पहला, उस तो बाद किरिया आ गई साडे कोले प्लेइंग ते फुटबाल जिहड़ा ऑबजैक्ट आ ਉਹ अखीर ते चलिया गया। ਤਾਂ ਜਿਹੜੀ ਕਿਰਿਆ ਦੀ ਸਾਡੇ ਕੋਲੇ ਵੰਡ ਆ ਉਹ 4 ਤਰੀਕਿਆਂ ਨਾਲ ਕੀਤੀ ਜਾਂਦੀ ਆ। ਜਿਹੜੀ ਪਹਿਲੀ ਪ੍ਰਕਾਰ ਦੀ ਵੰਡ ਆ ਉਹਦੇ ਵਿੱਚ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ। ਜਿਹੜੀ ਦੂਸਰੀ ਪ੍ਰਕਾਰ ਦੀ ਵੰਡ ਆ ਉਹਦੇ ਵਿੱਚ ਕਿਰਿਆ ਦੇ ਜਿਹੜੇ 3 ਰੂਪ ਨੇ, ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ, ਦੂਰੀ ਪ੍ਰੇਰਨਾਰਥਕ ਕਿਰਿਆ। ਤੇ ਜਿਹੜੀ ਸਾਡੇ ਕੋਲੇ ਅਗਲੀ ਸਲਾਈਡ ਦੇ ਵਿੱਚ ਤੀਜੀ ਪ੍ਰਕਾਰ ਦੀ ਵੰਡ ਆ ਉਹ ਹੈਗੀ ਆ ਇਕਹਿਰੀ ਕਿਰਿਆ, ਸੰਯੁਕਤ ਕਿਰਿਆ ਤੇ ਚੌਥੀ ਪ੍ਰਕਾਰ ਦੀ ਵੰਡ ਦੇ ਵਿੱਚ ਸਾਡੇ ਕੋਲੇ ਮੂਲ ਕਿਰਿਆ ਤੇ ਸਹਾਇਕ ਕਿਰਿਆ ਆਉਂਦੀ ਆ। ਹੁਣ ਅਸੀਂ ਜਿਹੜੀ ਆ ਪਹਿਲੀ ਪ੍ਰਕਾਰ ਦੀ ਵੰਡ ਬਾਰੇ ਚਰਚਾ ਕਰਾਂਗੇ। ਪਹਿਲੀ ਪ੍ਰਕਾਰ ਦੀ ਜਿਹੜੀ ਵੰਡ ਆ ਉਹਦੇ ਵਿੱਚ ਕਰਮ ਆ ਜਿਹੜਾ ਉਹ ਮੁੱਖ ਰੋਲ ਅਦਾ ਕਰਦਾ। ਕਰਮ ਦੀ ਹਾਜ਼ਰੀ ਜਾਂ ਗੈਰ ਹਾਜ਼ਰੀ ਦੇ ਕਾਰਨ ਜਿਹੜੇ ਸਾਡੇ ਕੋਲੇ 2 ਤਰ੍ਹਾਂ ਦੇ ਵਾਕ ਬਣਦੇ ਆ ਉਹ ਸਾਡੀ ਪਹਿਲੀ ਪ੍ਰਕਾਰ ਦੀ ਵੰਡ ਦੇ ਵਿੱਚ ਮੁੱਖ ਰੋਲ ਅਦਾ ਕਰਦੇ ਆ। ਸਲਾਈਡ ਦੇ ਵਿੱਚ ਅਸੀਂ ਦੇਖਦੇ ਹਾਂ ਪਹਿਲਾ ਸਾਡੇ ਕੋਲ ਹੈ ਅਕਰਮਕ ਕਿਰਿਆ। ਪਹਿਲੀ ਪ੍ਰਕਾਰ ਦੀ ਵੰਡ ਦੇ ਵਿੱਚ ਅਕਰਮਕ ਸ਼ਬਦ ਦਾ ਅਰਥ ਹੈ ਬਿਨਾਂ ਕਰਮ ਤੋਂ। ਵਾਕ ਵਿੱਚ ਜਿਸ ਕਿਰਿਆ ਦਾ ਕਰਮ ਨਾ ਹੋਵੇ ਅਰਥਾਤ ਕਿਰਿਆ ਦਾ ਪ੍ਰਭਾਵ ਕੇਵਲ ਕਰਤਾ ਤੱਕ ਹੀ ਰਹੇ ਉਸ ਨੂੰ ਅਕਰਮਕ ਕਿਰਿਆ ਕਹਿੰਦੇ ਹਨ। ਪੰਜਾਬੀ ਦੇ ਵਿੱਚ ਵਾਕ ਆ ਜਿਹੜੇ ਉਹ ਕਰਮ ਦੇ ਨਾਲ ਵੀ ਬਣਦੇ ਆ ਤੇ ਕਰਮ ਤੋਂ ਬਿਨਾਂ ਵੀ ਬਣਦੇ ਆ। ਜਿਹੜੇ ਵਾਕ ਦੇ ਵਿੱਚ ਕਰਮ ਨਾ ਹੋਵੇ ਉਸ ਨੂੰ ਅਕਰਮਕ ਕਿਰਿਆ ਕਹਿੰਦੇ ਨੇ। ਜਿੱਦਾਂ ਸਾਡੇ ਕੋਲ ਵਾਕ ਹੈ ਬਾਲ ਹੱਸਦਾ ਹੈ, ਪੰਛੀ ਉੜਦਾ ਹੈ, ਮੀਂਹ ਵਰਦਾ ਹੈ, ਮੱਝਾਂ ਨਹਾਉਂਦੀਆਂ ਹਨ। ਇਹਨਾਂ ਵਾਕਾਂ ਦੇ ਵਿੱਚ ਸਾਡੇ ਕੋਲੇ ਕਰਮ ਨਹੀਂ ਹੈਗੇ। ਇੱਕ ਅਸੀਂ ਹੋਰ ਉਦਾਹਰਨ ਲੈ ਲੈਂਦੇ ਹਾਂ, ਰਾਮ ਖੇਡਦਾ ਹੈ। ਰਾਮ ਸਾਡੇ ਕੋਲੇ ਕਰਤਾ, ਖੇਡਦਾ ਹੈ ਕਿਰਿਆ ਸਾਡੇ ਕੋਲੇ। ਜੇ ਇਸ ਦੇ ਵਿੱਚ ਵੀ
ਕਰਮ ਸ਼ਬਦ ਨਹੀਂ ਹੈ। ਜੇ ਅਸੀਂ ਇਹਦੇ ਵਿੱਚ ਫੁੱਟਬਾਲ ਲਾ ਦਈਏ ਤਾਂ ਫੁੱਟਬਾਲ ਜਿਹੜਾ ਕਰਮ ਸ਼ਬਦ ਆ। ਜਿਹੜੀ ਸਾਡੇ ਕੋਲ ਅਕਰਮਕ ਕਿਰਿਆ ਉਹਦੀ ਜੇ ਅਸੀਂ ਪਛਾਣ ਕਰਨੀ ਹੋਵੇ ਤਾਂ ਉਹ ਕਿਸ ਤਰ੍ਹਾਂ ਕੀਤੀ ਜਾਂਦੀ ਆ ਵੀ ਇਹ ਜਿਹੜੀ ਅਕਰਮਕ ਕਿਰਿਆ ਦੀ ਪਛਾਣ ਇਹ ਹੈ ਕਿ ਇਸ ਦੀ ਕਿਰਿਆ ਤੋਂ ਪਹਿਲਾਂ ਕੀ ਲਾ ਕੇ ਪ੍ਰਸ਼ਨ ਕਰਨ ਨਾਲ ਕੋਈ ਉੱਤਰ ਨਹੀਂ ਨਿਕਲਦਾ। ਜਿਵੇਂ ਬਾਲ ਕੀ ਹੱਸਦਾ ਹੈ, ਇਹਦਾ ਉੱਤਰ ਸਾਡੇ ਕੋਲੇ ਕੋਈ ਵੀ ਨਹੀਂ ਆਉਣਾ। ਪੰਛੀ ਕੀ ਉੜਦਾ ਹੈ, ਤਾਂ ਸਾਨੂੰ ਪਤਾ ਲੱਗ ਜੂਗਾ ਕਿਉਂਕਿ ਸਾਡੇ ਕੋਲੇ ਜਿਹੜਾ ਉੱਤਰ ਆ ਉਹ ਨਹੀਂ ਆਊਗਾ ਤੇ ਸਾਨੂੰ ਪਤਾ ਲੱਗ ਜੂਗਾ ਕਿ ਇਹ ਜਿਹੜੀ ਕਿਰਿਆ ਦਾ ਰੂਪ ਆ ਇਹ ਅਕਰਮਕ ਕਿਰਿਆ ਸਾਡੇ ਕੋਲੇ। ਦੂਸਰਾ ਜਿਹੜਾ ਰੂਪ ਆ ਸਾਡੇ ਕੋਲੇ ਉਹ ਹੈ ਸਕਰਮਕ ਕਿਰਿਆ। ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ। ਇਸ ਕਿਰਿਆ ਦੇ ਵਿੱਚ ਕਰਤਾ ਵੀ ਹੁੰਦਾ ਤੇ ਉਹਦੇ ਨਾਲ ਕਰਮ ਵੀ ਹੁੰਦਾ। ਭਾਵ ਜਿਸ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਅੱਗੇ ਕਰਮ ਤੱਕ ਪਹੁੰਚੇ ਉਸ ਨੂੰ ਸਕਰਮਕ ਕਿਰਿਆ ਕਹਿੰਦੇ ਹਨ ਜਾਂ ਕਿਹਾ ਜਾਂਦਾ ਹੈ। ਤਾਂ ਪਹਿਲੀ ਕਿਰਿਆ ਦੇ ਵਿੱਚ ਕਰਮਕ ਦੇ ਵਿੱਚ ਸਾਡੇ ਕੋਲੇ ਕਰਮ ਸ਼ਬਦ ਨਹੀਂ ਸੀ। ਤੇ ਦੂਸਰੀ ਕਿਰਿਆ ਜਿਹੜੀ ਸਕਰਮਕ ਕਿਰਿਆ ਦਾ ਭੇਦ ਆ ਇਹਦੇ ਵਿੱਚ ਸਾਡੇ ਕੋਲੇ ਕਰਮ ਹੈ। ਜਿਵੇਂ ਸਾਡੇ ਕੋਲੇ ਉਦਾਹਰਨ ਹੈ ਬੱਚੇ ਤਮਾਸ਼ਾ ਵੇਖਦੇ ਹਨ। ਦੂਸਰਾ ਹੈ ਅਧਿਆਪਕ ਜੀ ਅਖਬਾਰ ਪੜ੍ਹਦੇ ਹਨ। ਮਾਤਾ ਜੀ ਰੋਟੀ ਪਕਾਉਂਦੇ ਹਨ। ਤਾਂ ਜਿਹੜਾ ਸਾਡੇ ਕੋਲੇ ਅਖੀਰਲਾ ਵਾਕ ਮਾਤਾ ਜੀ ਰੋਟੀ ਪਕਾਉਂਦੇ ਹਨ, ਤਾਂ ਜਿਹੜੀ ਰੋਟੀ ਆ ਸਾਡੇ ਕੋਲੇ ਉਹ ਇੱਥੇ ਕਰਮ ਆ। ਜੇ ਇਸ ਕਿਰਿਆ ਦੀ ਪਛਾਣ ਕਰਨੀ ਹੋਵੇ ਤਾਂ ਉਹਦਾ ਤਰੀਕਾ ਕੀ ਆ, ਸਕਰਮਕ ਕਿਰਿਆ ਦੇ ਅੱਗੇ ਕੀ ਲਾ ਕੇ ਪ੍ਰਸ਼ਨ ਕੀਤਿਆਂ ਉੱਤਰ ਮਿਲ ਜਾਂਦਾ ਹੈ। ਜਿਵੇਂ ਬੱਚੇ ਕੀ ਵੇਖਦੇ ਹਨ, ਤਮਾਸ਼ਾ। ਅਧਿਆਪਕ ਜੀ ਕੀ ਪੜ੍ਹਦੇ ਹਨ, ਅਖਬਾਰ। ਤਾਂ ਇਹਨਾਂ ਤੋਂ ਪਤਾ ਲੱਗ ਗਿਆ ਕਿਉਂਕਿ ਸਾਡੇ ਕੋਲ ਜਿਹੜਾ ਉੱਤਰ ਆ ਉਹ ਸਕਰਮਕ ਕਿਰਿਆ ਦੇ ਅੱਗੇ ਜਦੋਂ ਅਸੀਂ ਕੀ ਲਾ ਕੇ ਕਰਦੇ ਹਾਂ ਤਾਂ ਸਾਨੂੰ ਉੱਤਰ ਮਿਲਦਾ। ਇਸ ਤੋਂ ਪਤਾ ਲੱਗਦਾ ਇਹ ਸਾਡੇ ਕੋਲੇ ਕਿਰਿਆ ਦਾ ਰੂਪ ਆ ਜਿਹੜਾ ਇਹ ਸਕਰਮਕ ਕਿਰਿਆ। ਅਗਲਾ ਜਿਹੜੀ ਸਾਡੀ ਦੂਜੀ ਪ੍ਰਕਾਰ ਦੀ ਵੰਡ ਆ ਉਹ ਹੈਗੀ ਆ ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ, ਦੂਰੀ ਪ੍ਰੇਰਨਾਰਥਕ ਕਿਰਿਆ। ਪਹਿਲਾਂ ਅਸੀਂ ਲੈਂਦੇ ਹਾਂ ਸਧਾਰਨ ਕਿਰਿਆ। ਅਸੀਂ ਪੜ੍ਹਿਆ ਹੈ ਕਿ ਵਾਕ ਵਿੱਚ ਕਿਰਿਆ ਤੋਂ ਕਰਤਾ ਦਾ ਪਤਾ ਲੱਗਦਾ ਹੈ। ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ ਉਸ ਕਿਰਿਆ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਉਹ ਕਿਤਾਬ ਪੜ੍ਹਦਾ ਹੈ। ਤਾਂ ਜਿਹੜੀ ਕਿਰਿਆ ਤੋਂ ਸਾਨੂੰ ਪਤਾ ਲੱਗੇ ਕਿ ਕਰਨ ਵਾਲਾ ਕਰਤਾ ਆਪ ਹੀ ਆ ਤਾਂ ਉਹ ਸਾਡੇ ਕੋਲੇ ਸਧਾਰਨ ਕਿਰਿਆ ਹੁੰਦੀ ਆ। ਦੂਸਰਾ ਰੂਪ ਹੈ ਇਸਦਾ ਪ੍ਰੇਰਨਾਰਥਕ ਕਿਰਿਆ। ਪ੍ਰੇਰਨਾਰਥਕ ਕਿਰਿਆ ਹੁੰਦੀ ਹੈ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ। ਇਸ ਕਿਰਿਆ ਦੇ ਵਿੱਚ ਕਰਤਾ ਜਿਹੜਾ ਉਹ ਕੋਈ ਕੰਮ ਆ ਉਹ ਆਪ ਨਹੀਂ ਕਰੂਗਾ, ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ। ਇਹ ਕਿਰਿਆ ਜਿਹੜੀ ਆ ਉਹ ਕਰਤਾ ਆਪ ਨਹੀਂ ਕਰਦਾ, ਉਹ ਕਿਸੇ ਦੂਸਰੇ ਵਿਅਕਤੀ ਤੋਂ ਪ੍ਰੇਰਨਾ ਦੇ ਕੇ ਉਹ ਕੰਮ ਕਰਵਾਉਂਦਾ। ਉਦਾਹਰਨ ਲੈ ਲੈਂਦੇ ਅਸੀਂ, ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਦੇ ਪਤੀ ਉਸ ਤੋਂ ਹਰ ਰੋਜ਼ ਰਿਆਜ਼ ਕਰਵਾਉਂਦੇ ਸਨ। ਤਾਂ ਜਿਹੜਾ ਸੁਰਿੰਦਰ ਕੌਰ ਦਾ ਪਤੀ ਆ ਉਹ ਸੁਰਿੰਦਰ ਕੌਰ ਤੋਂ ਰਿਆਜ਼ ਕਰਵਾਉਂਦਾ ਤਾਂ ਉਹਨੂੰ ਪ੍ਰੇਰਨਾ ਦੇ ਕੇ ਕੰਮ ਕਰਾਉਂਦਾ। ਜੇਕਰ ਸੁਰਿੰਦਰ ਕੌਰ ਆਪਣੇ ਆਪ ਇਹ ਰਿਆਜ਼ ਕਰਦੀ ਹੁੰਦੀ ਤਾਂ ਇਹ ਸਾਡੇ ਕੋਲੇ ਕਿਰਿਆ ਹੋਣੀ ਸੀ ਸਧਾਰਨ ਕਿਰਿਆ, ਪਰ ਉਹ ਪ੍ਰੇਰਨਾ ਦੇ ਕੇ ਕੋਈ ਕੰਮ ਕਰਾ ਰਿਹਾ ਕਿਸੇ ਦੂਜੇ ਵਿਅਕਤੀ ਤੋਂ ਤਾਂ ਇਹ ਸਾਡੇ ਕੋਲੇ ਆ ਗਈ ਪ੍ਰੇਰਨਾਰਥਕ ਕਿਰਿਆ। ਅਗਲੀ ਜਿਹੜੀ ਸਾਡੇ ਕੋਲੇ ਕਿਰਿਆ ਉਹ ਹੈਗੀ ਆ ਦੂਰੀ ਪ੍ਰੇਰਨਾਰਥਕ ਕਿਰਿਆ। ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ। ਇਸ ਕਿਰਿਆ ਦੇ ਵਿੱਚ ਜਿਹੜਾ ਕਰਤਾ ਉਹ ਕਿਸੇ ਦੂਜੇ ਵਿਅਕਤੀ ਨੂੰ ਕੋਈ ਪ੍ਰੇਰਨਾ ਦਿੰਦਾ ਤੇ ਉਹ ਕੰਮ ਆ ਜਿਹੜਾ ਅਸੀਂ ਤੀਜੇ ਵਿਅਕਤੀ ਤੋਂ ਕਰਵਾਉਂਦੇ ਹਾਂ। ਇਹਨੂੰ ਅਸੀਂ ਦੂਰੀ ਪ੍ਰੇਰਨਾਰਥਕ ਕਿਰਿਆ ਕਹਿੰਦੇ ਹਾਂ। ਜਿਵੇਂ ਪਿਤਾ ਜੀ ਮੈਂ ਇੰਨੇ ਚੰਗੇ ਨੰਬਰਾਂ ਨਾਲ 9ਵੀਂ ਜਮਾਤ ਪਾਸ ਕਰ ਲਈ ਹੈ, ਹੁਣ ਮੇਰੇ ਲਈ ਦਰਜੀ ਕੋਲੋਂ ਇੱਕ ਨਵੀਂ ਵਰਦੀ ਸਿਲਵਾ ਦਿਓ। ਤਾਂ ਜਿਹੜਾ ਕੰਮ ਆ ਇਹ ਬੱਚਾ ਜਿਹੜਾ ਉਹ ਪਿਤਾ ਜੀ ਨੂੰ ਕਹਿੰਦਾ ਤੇ ਕੰਮ ਕਿਹਨੇ ਕਰਨਾ, ਕੰਮ ਅੱਗੇ ਤੀਜੇ ਵਿਅਕਤੀ ਦਰਜੀ ਨੇ ਕਰਨਾ। ਤਾਂ ਇਸ ਨੂੰ ਸਮਝਣ ਲਈ ਸਾਡੇ ਕੋਲੇ ਅੱਗੇ ਇੱਕ ਅਸੀਂ ਸਲਾਈਡ ਬਣਾਈ ਆ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਰਿਆ ਦੇ 3 ਰੂਪਾਂ ਦੀਆਂ ਉਦਾਹਰਨਾਂ। ਪਹਿਲੀ ਜਿਹੜੀ ਹੈ ਸਧਾਰਨ ਰੂਪ ਆ, ਦੂਜੀ ਪ੍ਰੇਰਨਾਰਥਕ ਰੂਪ ਆ, ਤੀਜਾ ਸਾਡੇ ਕੋਲੇ ਦੂਰਾ ਪ੍ਰੇਰਨਾਰਥਕ ਰੂਪ ਆ। ਪਹਿਲੇ ਦੇ ਵਿੱਚ ਉਕਰਨਾ ਆਊਗਾ ਸਧਾਰਨ ਰੂਪ ਦੇ ਵਿੱਚ, ਜੇ ਪ੍ਰੇਰਨਾ ਦੇ ਕੇ ਅਸੀਂ ਕਿਸੇ ਤੋਂ ਕੰਮ ਕਰਾਉਣੇ ਆ ਉਹ ਕਰਾਉਣਾ ਆਊਗਾ, ਤੇ ਦੂਰੀ ਪ੍ਰੇਰਨਾਰਥਕ ਕਿਰਿਆ ਦੇ ਵਿੱਚ ਉਹ ਕਰਵਾਉਣਾ। ਇਸੇ ਤਰ੍ਹਾਂ ਸਧਾਰਨ ਰੂਪ ਲਿਖਣਾ, ਪ੍ਰੇਰਨਾਰਥਕ ਰੂਪ ਲਿਖਾਉਣਾ, ਦੂਰਾ ਪ੍ਰੇਰਨਾਰਥਕ ਰੂਪ ਲਿਖਵਾਉਣਾ। ਇਸੇ ਤਰ੍ਹਾਂ ਪਕੜਨਾ, ਪਕੜਾਉਣਾ ਤੇ ਪਕੜਵਾਉਣਾ, ਇਹ ਸਾਡੇ ਕੋਲੇ ਪ੍ਰੇਰਨਾਰਥਕ ਰੂਪ ਨੇ।
ਇਹ ਪ੍ਰੇਰਨਾਰਥਕ ਰੂਪ ਜਿੱਦਾਂ ਪੜ੍ਹਨਾ ਸਧਾਰਨ ਕਿਰਿਆ, ਪੜ੍ਹਾਉਣਾ ਪ੍ਰੇਰਨਾਰਥਕ ਰੂਪ ਆ, ਤੇ ਪੜ੍ਹਾਉਣਾ ਦੂਹਰਾ ਪ੍ਰੇਰਨਾਰਥਕ ਰੂਪ ਆ ਸਾਡੇ ਕੋਲੇ। ਅਗਲੀ ਜਿਹੜੀ ਸਾਡੇ ਕੋਲੇ ਵੰਡ ਆ ਤੀਜੀ ਪ੍ਰਕਾਰ ਦੀ, ਉਹਦੇ ਵਿੱਚ ਇਕਹਿਰੀ ਕਿਰਿਆ। ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸ ਨੂੰ ਇਕਹਿਰੀ ਕਿਰਿਆ ਕਹਿੰਦੇ ਹਨ। ਜਿਵੇਂ ਤੂੰ ਕਿਤਾਬ ਪੜ੍ਹ, ਬਲਜੀਤ ਸੇਬ ਖਾ। ਇਹਨਾਂ ਵਾਕਾਂ ਵਿੱਚ ਪੜ੍ਹ ਅਤੇ ਖਾ ਕਿਰਿਆਵਾਂ ਇੱਕ ਹੀ ਸ਼ਬਦ ਤੋਂ ਬਣੀਆਂ ਹਨ, ਇਸ ਲਈ ਇਕਹਿਰੀਆਂ ਕਿਰਿਆਵਾਂ ਹਨ। ਇਹ ਧਿਆਨ ਰੱਖਣ ਵਾਲੀ ਗੱਲ ਆ, ਜਿਹੜਾ ਕਿਰਿਆ ਵਾਕਾਂਸ਼ ਹੁੰਦਾ ਉਹਦੇ ਵਿੱਚ ਕਿਰਿਆ ਇੱਕ ਸ਼ਬਦ ਦੀ ਵੀ ਹੋ ਸਕਦੀ ਆ, ਤੇ ਵੱਧ ਤੋਂ ਵੱਧ ਉਸ ਦੇ ਵਿੱਚ 5 ਸ਼ਬਦ ਤੱਕ ਵੀ ਆ ਸਕਦੇ ਨੇ। ਇਸ ਕਰਕੇ ਜਿਹੜੀ ਸਾਡੇ ਕੋਲੇ ਸਧਾਰਨ ਕਿਰਿਆ ਉਹਦੇ ਵਿੱਚ ਸਿਰਫ ਇੱਕੋ ਹੀ ਜਿਹੜਾ ਸ਼ਬਦ ਆ ਉਹ ਕਿਰਿਆ ਵਾਲਾ। ਜਿੱਦਾਂ ਵਾਕ ਆ ਤੂੰ ਕਿਤਾਬ ਪੜ੍ਹ, ਪੜ੍ਹ ਕੀ ਆ ਸਾਡੇ ਕੋਲੇ ਕਿਰਿਆ ਜਿਹੜਾ ਸ਼ਬਦ ਆ। ਬਲਜੀਤ ਸੇਬ ਖਾ, ਖਾ ਜਿਹੜਾ ਸਾਡੇ ਕੋਲੇ ਆ ਉਹ ਇੱਕੋ ਹੀ ਜਿਹੜਾ ਸ਼ਬਦ ਆ, ਇਸ ਕਰਕੇ ਸਾਡੇ ਕੋਲੇ ਇਕਹਿਰੀ ਕਿਰਿਆ। ਜਿਹੜਾ ਇਸ ਦਾ ਦੂਸਰਾ ਰੂਪ ਹੈ ਉਹ ਹੈ ਸੰਯੁਕਤ ਰੂਪ। ਜਦੋਂ ਕਿਸੇ ਕਿਰਿਆ ਦਾ ਰੂਪ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣੇ ਉਸ ਨੂੰ ਸੰਯੁਕਤ ਕਿਰਿਆ ਕਹਿੰਦੇ ਹਨ। ਜਿਵੇਂ ਸਾਡੇ ਕੋਲੇ ਅਸੀਂ ਉਦਾਹਰਨ ਦੇਖ ਲੈਂਦੇ ਹਾਂ, ਮੈਂ ਹਰ ਰੋਜ਼ ਖੇਡਿਆ ਕਰਾਂਗਾ। ਤਾਂ ਇੱਥੇ ਸਾਡੇ ਕੋਲੇ ਖੇਡਿਆ ਜਿਹੜੀ ਆ ਉਹ ਮੁੱਖ ਕਿਰਿਆ, ਤੇ ਕਰਾਂਗਾ ਸਾਡੇ ਕੋਲੇ ਸਹਾਇਕ ਕਿਰਿਆ। ਤੇ ਕਿਰਿਆ ਦੇ ਸਾਡੇ ਕੋਲੇ ਦੋ ਜਿਹੜੇ ਨੇ ਰੂਪ ਨੇ ਜਾਂ ਦੋ ਸ਼ਬਦਾਂ ਦੇ ਸੰਯੋਗ ਤੋਂ ਇਹ ਕਿਰਿਆ ਜਿਹੜੀ ਸੰਯੁਕਤ ਕਿਰਿਆ ਬਣਦੀ ਆ। ਦੂਸਰਾ ਵਾਕ ਹੈ ਅੰਦਰ ਆਉਣ ਤੋਂ ਪਹਿਲਾਂ ਤੂੰ ਘੰਟੀ ਵਜਾ ਦਿਆ ਕਰ। ਤਾਂ ਇੱਥੇ ਸਾਡੇ ਕੋਲੇ ਜਿਹੜੇ ਸ਼ਬਦ ਨੇ ਉਹ 3 ਆ ਗਏ ਕਿਰਿਆ ਦੇ। ਜਿਹੜਾ ਸਾਨੂੰ ਪ੍ਰਭਾਵ ਉਹ ਤੋਂ ਪਤਾ ਲੱਗਦਾ, ਉਹ 3 ਸ਼ਬਦਾਂ ਤੋਂ ਪਤਾ ਲੱਗਦਾ। ਵਜਾ ਦਿਆ ਕਰ ਜਿਹੜੇ ਅੱਖਰ ਬੋਲਡ ਕਰੇ ਹੋਏ ਨੇ। ਇਹਨਾਂ ਦੋਹਾਂ ਵਾਕਾਂ ਵਿੱਚ ਕਿਰਿਆਵਾਂ ਇੱਕ ਤੋਂ ਵਧੇਰੇ ਸ਼ਬਦਾਂ ਨਾਲ ਬਣੀਆਂ ਹਨ, ਇਸ ਲਈ ਇਹ ਸੰਯੁਕਤ ਕਿਰਿਆਵਾਂ ਹਨ। ਇਸ ਤਰ੍ਹਾਂ ਜਿਹੜੀ ਤੀਜੀ ਪ੍ਰਕਾਰ ਦੀ ਸਾਡੇ ਕੋਲੇ ਵੰਡ ਆ ਉਹਦੇ ਵਿੱਚ ਇਕਹਿਰੀ ਕਿਰਿਆ। ਜਿੱਥੇ ਕਿਰਿਆ ਦਾ ਇੱਕ ਹੀ ਸ਼ਬਦ ਹੋਵੇ ਉਸ ਨੂੰ ਇਕਹਿਰੀ ਕਿਰਿਆ ਕਹਿੰਦੇ ਹਨ। ਜਿੱਥੇ ਇੱਕ ਤੋਂ ਵਧੇਰੇ ਸ਼ਬਦ ਹੋਣ ਉਹਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ। ਤਾਂ ਹੁਣ ਅਸੀਂ ਜਿਹੜਾ ਇਹਦਾ ਚੌਥਾ ਰੂਪ ਕਰਦੇ ਹਾਂ, ਚੌਥੀ ਜਿਹੜੀ ਵੰਡ ਆ ਉਸ ਬਾਰੇ ਗੱਲਬਾਤ ਕਰਦੇ ਹਾਂ। ਮਾਤਾ ਜੀ ਮੰਜੇ ਉੱਤੇ ਬੈਠੇ ਹਨ। ਪਹਿਲਾਂ ਅਸੀਂ ਵਾਕ ਹੀ ਦੇਖ ਲੈਂਦੇ ਹਾਂ। ਮਾਸਟਰ ਜੀ ਨੇ ਇਹ ਪਾਠ ਕੱਲ੍ਹ ਪੜ੍ਹਾਇਆ ਸੀ। ਖਾਲੀ ਘੰਟੀ ਵਿੱਚ ਵਿਦਿਆਰਥੀ ਰੌਲਾ ਪਾਉਂਦੇ ਸਨ। ਇਹਨਾਂ ਵਾਕਾਂ ਵਿੱਚ ਵੋਲਡ 2-2 ਸ਼ਬਦ ਅਜਿਹੇ ਹਨ ਜਿਨ੍ਹਾਂ ਨੂੰ ਅਸੀਂ ਕਿਰਿਆ ਕਹਿ ਸਕਦੇ ਹਾਂ। ਸਾਡੇ ਕੋਲੇ ਕਿਰਿਆ ਸ਼ਬਦ ਨੇ। ਮੁੱਖ ਮੂਲ ਕਿਰਿਆ ਵਿਚਲਾ ਪਹਿਲਾ ਇੱਕ ਸ਼ਬਦ। ਹੁਣ ਅਸੀਂ ਵਾਕ ਦੇ ਵਿੱਚ ਪਹਿਲੇ ਸ਼ਬਦ ਦੇਖਦੇ ਹਾਂ ਬੈਠੇ, ਦੂਸਰੇ ਵਾਕ ਦੇ ਵਿੱਚ ਪੜ੍ਹਾਇਆ, ਤੀਸਰੇ ਵਾਕ ਦੇ ਵਿੱਚ ਪਾਉਂਦੇ ਹੀ ਹੈ। ਦੂਸਰਾ ਇੱਕ ਸ਼ਬਦ ਹਨ, ਸੀ, ਸਨ। ਇਹ ਸਾਡੇ ਕੋਲੇ ਸਹਾਇਕ ਕਿਰਿਆਵਾਂ ਨੇ। ਸਾਡੇ ਕੋਲੇ ਜਿਹੜੀਆਂ ਮੂਲ ਕਿਰਿਆ ਨੇ ਜਾਂ ਮੁੱਖ ਕਿਰਿਆ ਨੇ ਉਹ ਬੈਠੇ, ਪੜ੍ਹਾਇਆ, ਪਾਉਂਦੇ। ਤੇ ਸਾਡੇ ਕੋਲੇ ਜਿਹੜੀਆਂ ਸਹਾਇਕ ਕਿਰਿਆ ਨੇ ਇਹਨਾਂ ਵਾਕਾਂ ਦੇ ਵਿੱਚ ਹਨ, ਸੀ, ਸਨ। ਇਹ ਸਾਡੇ ਕੋਲੇ ਸਹਾਇਕ ਕਿਰਿਆ ਨੇ। ਸਹਾਇਕ ਕਿਰਿਆ ਆਮ ਤੌਰ ਤੇ ਵਾਕ ਦੇ ਜਿਹੜਾ ਅਖੀਰ ਦੇ ਵਿੱਚ ਵਿਚਰਦੀ ਆ। ਪੰਜਾਬੀ ਵਿੱਚ 2 ਮੂਲ ਸਹਾਇਕ ਕਿਰਿਆਵਾਂ ਹਨ, ਇੱਕ ਭੂਤਕਾਲੀ ਤੇ ਇੱਕ ਵਰਤਮਾਨਕਾਲੀ। ਭੂਤਕਾਲੀ ਨੂੰ ਅਸੀਂ ਸੀ, ਸਨ ਨਾਲ ਲਿਖਦੇ ਹਾਂ, ਤੇ ਵਰਤਮਾਨਕਾਲੀ ਨੂੰ ਅਸੀਂ ਹੈ, ਹਨ ਨਾਲ ਲਿਖਦੇ ਹਾਂ। ਇਸ ਤਰ੍ਹਾਂ ਇਹ ਸਾਡੇ ਕੋਲੇ ਜਿਹੜੀਆਂ ਕਿਰਿਆ ਦੇ ਜਿਹੜੇ ਵੰਡ ਸੀਗੀ ਉਹ 4 ਤਰੀਕੇ ਨਾਲ ਅਸੀਂ ਕਰੀ ਆ। ਪਹਿਲੀ ਜਿਹੜੀ ਵੰਡ ਸੀ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ, ਜਿਹਦੇ ਵਿੱਚ ਕਰਮ ਆ ਜਿਹੜਾ ਮੁੱਖ ਰੋਲ ਅਦਾ ਕਰਦਾ। ਕਰਮ ਦੀ ਹਾਜ਼ਰੀ ਜਾਂ ਗੈਰ ਹਾਜ਼ਰੀ ਨਾਲ ਵਾਕ ਬਣਦੇ ਨੇ। ਦੂਜੀ ਪ੍ਰਕਾਰ ਦੀ ਵੰਡ ਸੀਗੀ ਜਿਹੜੀ ਅਸੀਂ ਉਹ ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਤੇ ਦੂਹਰੀ ਪ੍ਰੇਰਨਾਰਥਕ ਕਿਰਿਆ, ਜਿਹਦੇ ਵਿੱਚ ਕੋਈ ਕੰਮ ਆ ਉਹ ਕਰਤਾ ਆਪ ਕਰਦਾ, ਦੂਸਰੇ ਵਿਅਕਤੀ ਤੋਂ ਕਰਾਉਂਦਾ ਜਾਂ ਫਿਰ ਉਹ ਤੀਸਰੇ ਵਿਅਕਤੀ ਤੋਂ ਕਰਾਉਂਦਾ। ਇਸ ਤਰ੍ਹਾਂ ਵੰਡ ਸੀ। ਤੇ ਤੀਜੀ ਪ੍ਰਕਾਰ ਦੀ ਜਿਹੜੀ ਵੰਡ ਸੀ ਉਹ ਇਕਹਿਰੀ ਕਿਰਿਆ ਤੇ ਸੰਯੁਕਤ ਕਿਰਿਆ ਦੀ ਸੀ। ਭਾਵ ਕਿ ਜਿਹੜਾ ਸ਼ਬਦ ਆ ਉਹ ਕਿਰਿਆ ਦਾ ਉਹ ਇੱਕ ਆਉਂਦਾ ਜਾਂ ਇੱਕ ਤੋਂ ਵਧੇਰੇ ਆਉਂਦੇ ਨੇ। ਇਸੇ ਤਰ੍ਹਾਂ ਜਿਹੜੀ ਚੌਥੀ ਪ੍ਰਕਾਰ ਦੀ ਵੰਡ ਸੀਗੀ ਉਹ ਕਿਰਿਆ ਦੇ ਜਿਹੜੇ ਰੂਪ ਨੇ, ਕਿਰਿਆ ਦੇ ਰੂਪ ਇਸ ਤੋਂ ਵੀ ਜ਼ਿਆਦਾ ਨੇ, ਪਰ ਜਿਹੜਾ ਅਸੀਂ ਇਸ ਬਾਰੇ ਸਿਰਫ ਮੂਲ ਕਿਰਿਆ ਤੇ ਸਹਾਇਕ ਕਿਰਿਆ ਬਾਰੇ ਗੱਲਬਾਤ ਕਰੀ ਆ। ਗਤੀਵਾਚਕ ਕਿਰਿਆ ਵੀ ਰੂਪ ਆ, ਤੇ ਇਸ ਦੇ ਵਿੱਚ ਜਿਹੜੀ ਮੂਲ ਕਿਰਿਆ ਉਹ ਤੋਂ ਸਾਨੂੰ ਕਿਸੇ ਕੰਮ ਦਾ ਹੋਣਾ ਪਤਾ ਲੱਗਦਾ। ਸਹਾਇਕ ਕਿਰਿਆ ਦੇ ਵਿੱਚ ਉਹ ਹਮੇਸ਼ਾ ਕਿਰਿਆ ਜਿਹੜੀ ਆ ਉਹ ਕਿਸੇ ਕਾਲ ਬਾਰੇ ਸਾਨੂੰ ਸੰਕੇਤ ਕਰਦੀ ਆ। ਮੁੱਖ ਤੌਰ ਤੇ 2 ਕਿਰਿਆਵਾਂ ਨੇ, ਭੂਤਕਾਲੀ ਕਿਰਿਆ ਤੇ ਵਰਤਮਾਨਕਾਲੀ ਕਿਰਿਆ। ਭੂਤਕਾਲੀ ਕਿਰਿਆ ਜਿਹੜੀ ਆ ਉਹ ਹੈ ਸੀ ਤੇ ਸਨ ਨਾਲ, ਤੇ ਵਰਤਮਾਨਕਾਲੀ ਹੈ, ਹਨ ਨਾਲ ਅਸੀਂ ਉਸ ਨੂੰ ਲਿਖਦੇ ਹਾਂ।
ਇਸ ਤਰ੍ਹਾਂ ਅੱਜ ਦਾ ਜਿਹੜਾ ਟੌਪਿਕ ਸੀਗਾ ਸਾਡਾ ਇਹ ਕਿਰਿਆ ਬਾਰੇ ਸੀ। ਅਗਲਾ ਜਿਹੜਾ ਸਾਡਾ ਟੌਪਿਕ ਹੋਊਗਾ ਉਹ ਕਿਰਿਆ ਵਿਸ਼ੇਸ਼ਣ ਬਾਰੇ ਹੋਊਗਾ। ਤੇ ਜੇਕਰ ਤੁਸੀਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਜਿਹੜੀਆਂ ਅਗਲੀ ਵੀਡੀਓ ਨੇ ਤੁਹਾਨੂੰ ਵਿਆਕਰਨ ਸੰਬੰਧੀ ਉਹਦਾ ਨੋਟੀਫਿਕੇਸ਼ਨ ਆ ਜੇ। ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।